आओ असी अपने सिर खुदा के हजूर में चुकाइए दुआ के वास्ते। खुदावन के कलाम के वास्ते भाई प्रेम नाल मिल के दुआ कर। खुदा बाप तेरा शुक्र करते जो संत वचन देन दाड़े पिता सब की बरकत वास्ते, रहमत वास्ते, निजात वास्ते, शुफा वास्ते, वे चंगाई वास्ते, सच्चाई अक जिंदगी के वास्ते वे खुदावन जेड़ा वचन सुने कलाम सुने उन्होंने बहुत बड़ी आशीष ते बरकत देनी, मान दलेरी देनी। जेड़ा शुक्र करते हैं जो संतन बड़ा मकाशवा दे के इस्तेमाल करना, दवानू सुनना कबूल करना, तेरे मीठे नाम च मंगदे हां, आमीन। असी खुदावन का शुक्र करने अज के दिन वास्ते जो खुदा ने फिर सानू समा दिता। असी खुदा के कलाम नू, खुदा की बाणी नू, खुदा के वचनों नू सुन सकीए और खुदा अपने कलाम के नाल सब नू बरकत देवे। असी पवित्र बाइबल के विचों अज सीखांगे जो यीशु मसीह ने कहा कि मैं सच्ची अंगूर की बेल है। यूहन्ना का अंजील 15 बाब उहदियां असी चंद आयतां 8 आयत तक खुदा के कलाम के विचों सीखना। पहली आयत असी पढ़ांगे, मैं सच्ची अंगूर की बेल हाँ अते मेरा पिता बागवान है। हरेक टहनी जिहड़ी मेरे विच फल नहीं देंदी वो उसनूं ला दिंदा है अते हरेक जिहड़ी फल देंदी है वो उसनूं छांगदा है ताकि होर भी फल देवे। तुसीं तां मेरे वचन दे नाल साफ हो चुके हो। तुसीं मेरे विच रहो, मैं तुहाडे विच। जिस प्रकार टहनी जे अंगूर की बेल विच ना रहे अपना फल नहीं दे सकदी, इसी प्रकार तुसीं भी जे मेरे विच ना रहो फल नहीं दे सकदे। अंगूर की बेल मैं हाँ, तुसीं मेरियां टहनियां जो मेरे विच रहिंदा है मैं उस विच सोईओ बहुता फल दिंदा है, क्यों जो मेथों वखरे होके तुसीं कुछ नहीं कर सकदे। जे कोई मेरे विच ना रहे तां उस टहनी की न्याई बाहर सुट्टिया जांदा अते सुक जांदा है ਅਤੇ ਲੋਕ ਉਸ ਨੂੰ ਇਕੱਠਿਆਂ ਕਰਕੇ ਅੱਗ ਵਿੱਚ ਝੋਕਦੇ ਹਨ ਅਤੇ ਉਹ ਸਾੜੀਆਂ ਜਾਂਦੀਆਂ ਹਨ। ਜੇ ਤੁਸੀਂ ਮੇਰੇ ਵਿੱਚ ਰਹੋ, ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ, ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਵੇਗਾ। ਹੁਣ ਅਸੀਂ ਖੁਦਾਵੰਦ ਦਾ ਵਚਨ ਪੜ੍ਹਿਆ। 1 ਆਇਤ ਤੋਂ ਲੈ ਕੇ 6 ਆਇਤ ਤੱਕ ਅਸੀਂ ਚੰਦ ਗੱਲਾਂ ਖੁਦਾ ਦੇ ਕਲਾਮ ਦੇ ਵਿੱਚੋਂ ਸਿੱਖਣੀਆਂ ਨੇ। एक सधारण जिहा वचन है जिहड़ा बहुत बार तुसीं पढ़ चुके हो, सुन चुके हो। फिर भी असीं जिन्नी बार खुदा के कलाम नूं सुनांगे पढ़ांगे उन्नी वारी खुदा सानूं एक नवीं बरकत जिहड़ी है ये देवेगा। हुण असीं पहली आयत उत्ते गौर करनी है। प्रभु यीशु मसीह ने कहा कि मैं सच्ची अंगूर की बेल हाँ, मेरा पिता बागवान है। ਇਹਦੇ ਵਿੱਚ ਹੁਣ ਪ੍ਰਭੂ ਯਿਸੂ ਮਸੀਹ ਆਪਣੇ ਬਾਰੇ ਦੱਸ ਰਿਹਾ ਕਿ ਮੈਂ ਕੀ ਹਾਂ। ਅੱਜ ਅਸੀਂ ਸਿੱਖਣਾ ਵਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਸੱਚੀ ਅੰਗੂਰ ਦੀ ਬੇਲ ਹਾਂ। ਅੱਜ ਅਸੀਂ ਸਿੱਖਣਾ ਵਾ ਖੁਦਾ ਦੇ ਕਲਾਮ ਦੇ ਵਿੱਚੋਂ ਕਿ ਉਹ ਸੱਚੀ ਅੰਗੂਰ ਦੀ ਬੇਲ ਕਿਉਂ ਜਾਂ ਉਹ ਕਿਸ ਤਰ੍ਹਾਂ ਸੱਚੀ ਅੰਗੂਰ ਦੀ ਬੇਲ ਹੈ। ਖੁਦਾਵੰਦ ਦਾ ਵਚਨ ਜਦੋਂ ਅਸੀਂ ਪੜ੍ਹਦੇ ਹਾਂ ਤੇ ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਕਿ ਮੇਰਾ ਵੀ ਮਾਲਕ ਖੁਦਾ ਵਾ, ਤੁਹਾਡਾ ਵੀ ਮਾਲਕ ਖੁਦਾ ਵਾ, ਸਭਨਾਂ ਦੇ ਵਿੱਚ ਮੇਰਾ ਪਿਤਾ ਹੀ ਪਿਤਾ ਵਾ ਤੇ ਹਰ ਇੱਕ ਦਾ ਮਾਲਕ ਜਿਹੜਾ ਵਾ ਉਹੀ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਹੈ ਜ਼ਰੂਰ ਸੱਚੀ ਅੰਗੂਰ ਦੀ ਬੇਲ ਆ, ਪਰ ਉਹ ਕਹਿ ਰਿਹਾ ਕਿ ਮੈਂ ਇਹ ਆਪਣੇ ਆਪ ਨਹੀਂ ਆ, ਮੇਰਾ ਮਾਲਕ ਜਿਹੜਾ ਵਾ ਇਹ ਖੁਦਾ ਵਾ। ਹੁਣ ਇਹ ਅੰਗੂਰ ਦੀ ਬੇਲ ਜਿਹੜੀ ਹੈ ਇਹ ਪ੍ਰਭੂ ਯਿਸੂ ਮਸੀਹ ਹੈ। ਅਸੀਂ ਕੀ ਹੈ ਇਹਦੇ ਬਾਰੇ ਅਸੀਂ ਦੂਸਰੀ ਆਇਤ ਪੜ੍ਹਾਂਗੇ। ਇਹਦੇ ਵਿੱਚ ਲਿਖਿਆ ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੋ ਕੇ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਦਿੰਦਾ ਹੈ, ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ। ਦੂਸਰੀ ਗੱਲ ਜੋ ਅਸੀਂ ਪੜ੍ਹੀ ਹੈ, पहली गल कि मैं सच्ची अंगूर की बेल हाँ,
दूसरी गल मेरा पिता बागबान है। तीसरी गल लिखी है, हरेक टहनी जो मेरे विच फल नहीं दिंदी वो उसनूं ला दिंदा। ਅੱਜ ਅਸੀਂ ਗੌਰ ਕਰਨਾ, ਅਸੀਂ ਹਜ਼ਾਰਾਂ ਵਾਰ ਭਾਵਾਂ ਇਸ ਵਚਨ ਨੂੰ ਸਮਝਿਆ ਹੋਵੇ, ਪਰ ਅਸੀਂ ਅਜੇ ਤੱਕ ਇਹ ਨਹੀਂ ਸਮਝ ਸਕੇ ਕਿ ਅੰਗੂਰ ਦੀ ਬੇਲ ਜਿਹੜੀ ਆ ਇਹਦਾ ਫਲ ਕੀ ਹੈ। ਇਹ ਸਾਡੀ ਸਮਝ ਦੇ ਵਿੱਚ ਨਹੀਂ ਆਇਆ ਕਿਉਂਕਿ ਅਸੀਂ ਇਹਨੂੰ ਸੁਣਿਆ ਨਹੀਂ। ਅਸੀਂ ਇਹੀ ਸਮਝਦੇ ਰਹੇ ਹਾਂ ਕਿ ਫਲ ਇਹੀ ਹੈ ਕਿ ਤੁਸੀਂ ਹਰ ਤਵਾਰ ਸੰਗਤ ਕਰੋ, ਫਲ ਇਹੀ ਹੈ ਕਿ ਤੁਸੀਂ ਦਾਨ ਕਰੋ, ਫਲ ਇਹੀ ਹੈ ਕਿ ਤੁਸੀਂ ਦੁਆ ਕਰੋ। ਪਰ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਸਿੱਖਣਾ ਵਾ ਕਿ ਇਹ ਫਲ ਜਿਹੜਾ ਵਾ ਇਹ ਕੀ ਆ, ਜਿਹੜਾ ਅੰਗੂਰਾਂ ਦਾ ਜਿਹੜਾ ਫਲ ਆ, ਇਸ ਨੂੰ ਕਿਵੇਂ ਅਸੀਂ ਸਮਝਣਾ। ਹੁਣ ਅੰਗੂਰਾਂ ਦਾ ਫਲ ਜਿਹੜਾ ਵਾ ਇਹ ਹੈਗਾ ਵਾ ਦਾਖ ਰਸ। ਅੰਗੂਰ ਨੂੰ ਹੋਰ ਬਿਨ ਦਾਖ ਰਸ ਦੇ ਕੋਈ ਵੀ ਫਲ ਜਿਹੜਾ ਨਹੀਂ ਲੱਗਦਾ। ਨਾ ਤੁਸੀਂ ਕਦੀ ਸੁਣਿਆ ਹੋਵੇਗਾ, ਨਾ ਤੁਸੀਂ ਕਦੀ ਲੱਗਾ ਹੋਵੇਗਾ, ਕਿਉਂਕਿ ਹੁਣ ਅਸੀਂ ਕੁਝ ਨਹੀਂ ਸਮਝਣਾ। ਅਸੀਂ ਸਿਰਫ ਇਹ ਸਮਝਣਾ ਵਾ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਅੰਗੂਰ ਦੀ ਬੇਲ ਹਾਂ, ਔਰ ਉਹਨੇ ਕਿਹਾ ਤੁਸੀਂ ਟਹਿਣੀਆਂ 'ਚ, ਫਿਰ ਉਹਨੇ ਕਿਹਾ ਤੁਹਾਨੂੰ ਫਲ ਲੱਗਦਾ ਵਾ। ਹੁਣ ਅਸੀਂ ਉਹ ਦੇਖਣਾ ਵਾ ਕਿ ਜੇ ਅੰਗੂਰ ਦੀ ਬੇਲ ਆ ਤੇ ਇਹਨੂੰ ਫਿਰ ਫਲ ਵੀ ਉਹੀ ਲੱਗਣਾ ਜਿਹੜਾ ਅੰਗੂਰ ਦੀ ਬੇਲ ਨੂੰ ਲੱਗਦਾ। ਜੇ ਕੋਈ ਹੋਰ ਫਲ ਲੱਗਦਾ ਵਾ ਫਿਰ ਇਹ ਅੰਗੂਰ ਦੀ ਬੇਲ ਨਹੀਂ ਹੋ ਸਕਦੀ। ਹੁਣ ਇਹਦੇ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਦਾਖ ਰਸ ਜਿਹੜਾ ਲਫ਼ਜ਼ ਹੈ, ਇਹ ਕਿਹਾ ਗਿਆ ਪਵਿੱਤਰ ਆਤਮਾ ਨੂੰ ਬਾਈਬਲ ਦੇ ਵਿੱਚ। ਦਾਖ ਰਸ ਪਾਕ ਰੂਹ ਨੂੰ ਕਿਹਾ ਗਿਆ। ਇਹ ਜਿਹੜਾ ਇਮਾਨਦਾਰਾਂ ਦਾ ਫਲ ਆ, ਇਹ ਆ ਪਾਕ ਰੂਹ ਦਾ ਫਲ। ਇਹ ਸਰੀਰਕ ਫਲ ਨਹੀਂ ਹੈ, ਕਿਉਂਕਿ ਜਿਹੜੇ ਇਸ ਟਹਿਣੀ ਦੇ ਵਿੱਚ ਜਾਂ ਨੂੰ ਅਸੀਂ ਕਹਿ ਸਕਦੇ ਹਾਂ ਅੰਗੂਰ ਦੀ ਬੇਲ ਦੇ ਨਾਲ ਨਹੀਂ ਹੈ। ਉਹ ਵੀ ਲੱਖਾਂ ਲੋਕ ਬੜੇ ਦਾਨੀ ਨੇ, ਲੋਕ ਗੱਡੀਆਂ ਦੀਆਂ ਗੱਡੀਆਂ ਧਾਰਮਿਕ ਸਥਾਨਾਂ ਦੇ ਉੱਤੇ ਛੱਡ ਆਉਂਦੇ ਨੇ, ਲੋਕ ਬੜਾ ਦਾਨ ਕਰਦੇ, ਰਾਹਾਂ ਗਲੀਆਂ ਦੇ ਵਿੱਚ ਲੰਗਰ ਲਾਉਂਦੇ ਨੇ, ਲੋਕ ਬੜਾ ਦਾਨ ਕਰਦੇ। ਪਿਛਲੇ ਦਿਨਾਂ ਦੇ ਵਿੱਚ ਬਹੁਤ ਲੋਕਾਂ ਨੇ ਦਾਨ ਕਰਕੇ ਲੋਕਾਂ ਨੂੰ ਸੌਦਾ ਵੰਡਿਆ, ਪੈਸੇ ਵੰਡੇ। ਜੇ ਇਹ ਫਲ ਹੁੰਦਾ ਵਾ, ਇਹ ਫਲ ਤੇ ਫਿਰ ਜਿਹੜੇ ਅੰਗੂਰ ਦੀ ਬੇਲ ਦੇ ਵਿੱਚ ਨਹੀਂ ਆ ਉਹਨਾਂ ਨੂੰ ਜ਼ਿਆਦਾ ਲੱਗ ਰਿਹਾ। ਦਾਨ ਕਰਨਾ ਇਹ ਸਾਡੀ ਬਰਕਤ ਦੇ ਵਾਸਤੇ ਅਤੀ ਜ਼ਰੂਰੀ, ਦੁਆ ਕਰਨੀ ਅਤੀ ਜ਼ਰੂਰੀ, ਪਰ ਇਹਨੂੰ ਅਸੀਂ ਫਲ ਨਹੀਂ ਕਹਿ ਸਕਦੇ ਕਿਉਂਕਿ ਇਹ ਅੰਗੂਰ ਦੀ ਬੇਲ ਦਾ ਫਲ ਨਹੀਂ। ਅੰਗੂਰ ਦੀ ਬੇਲ ਜਿਹੜੀ ਹੈ, ਇਹਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਇਹਨੂੰ ਲੱਗਦੀ ਆ ਦਾਖ ਰਸ। ਅੰਗੂਰ ਲੱਗਦੇ, ਔਰ ਅੰਗੂਰ ਜਿਹੜੇ ਲੱਗਦੇ ਨੇ ਉਹ ਕਿਹਾ ਜਾਂਦਾ ਦਾਖ ਰਸ ਨੂੰ, ਤੇ ਦਾਖ ਰਸ ਆ ਪਵਿੱਤਰ ਆਤਮਾ। ਪਾਕ ਰੂਹ ਨੂੰ ਦਾਖ ਰਸ ਕਿਹਾ ਗਿਆ। ਇਸ ਵਾਸਤੇ ਆਤਮਾ ਦਾ ਫਲ ਜਿਹੜਾ ਵਾ ਇਹਨੂੰ ਅਸੀਂ ਆਪਣੇ ਵਿੱਚ ਪੈਦਾ ਕਰਨਾ। ਗਲਤੀਆਂ ਦਾ ਖਤ 5 ਬਾਬ ਉਹਦੀ 22 ਹੈ ਜਦੋਂ ਅਸੀਂ ਪੜ੍ਹਦੇ ਹਾਂ, ਇਹਦੇ ਵਿੱਚ ਲਿਖਿਆ ਕਿ ਆਤਮਾ ਦਾ ਫਲ ਕੀ ਆ, ਜਾਂ ਆਤਮਾ ਦੇ ਫਲ ਇਹ ਹਨ। ਇਹਦੇ ਵਿੱਚ 9 ਫਲ ਦੱਸੇ ਨੇ। ਪਹਿਲਾ ਫਲ ਜਿਹੜਾ ਵਾ ਇਹ ਹੈਗਾ ਵਾ ਪ੍ਰੇਮ, ਕਿ ਪ੍ਰਭੂ ਦੇ ਵਿੱਚ ਆ ਕੇ ਤੇ ਸਾਡੇ ਵਿੱਚ ਪ੍ਰੇਮ ਜਿਹੜਾ ਵਾ ਇਹਦਾ ਹੋਣਾ ਜ਼ਰੂਰੀ। ਦੂਸਰਾ ਨੰਬਰ ਲਿਖਿਆ ਆਨੰਦ, ਅਸੀਂ ਖੁਦਾ ਦੇ ਵਿੱਚ ਖੁਸ਼ ਰਹੀਏ। ਜੇ ਸਾਲ ਵਿੱਚ ਖੁਦਾ ਰੱਖੇ ਉਹਦੇ ਵਿੱਚ ਰਹਿ ਕੇ ਤੇ ਖੁਸ਼ ਰਹੀਏ, ਆਨੰਦ ਰਹੀਏ। ਤੀਸਰਾ ਫਲ ਹੈਗਾ ਵਾ ਸ਼ਾਂਤੀ, ਕਿ ਸਾਡੇ ਮਨ ਨੂੰ ਸ਼ਾਂਤੀ ਹੋਵੇ। ਅੱਜ ਇਨਸਾਨ ਦੇ ਮਨ ਨੂੰ ਸ਼ਾਂਤੀ ਨਹੀਂ ਹੈ, ਸਾਡਾ ਮਨ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੈ। ਉਹ ਸ਼ਾਂਤੀ ਜਿਹੜੀ ਯਿਸੂ ਮਸੀਹ ਨੇ ਕਿਹਾ ਸੀ ਮੈਂ ਤੁਹਾਨੂੰ ਦਿੰਦਾ ਵਾਂ, ਉਹ ਸ਼ਾਂਤੀ ਅਜੇ ਤੱਕ ਸਾਨੂੰ ਨਹੀਂ ਮਿਲੀ। ਇਸ ਵਾਸਤੇ ਚੌਥਾ ਨੰਬਰ ਲਿਖਿਆ ਧੀਰਜ। ਧੀਰਜ ਕਰੋ। ਬਾਈਬਲ ਨੂੰ ਧੀਰਜ ਦੀ ਬਾਣੀ ਵੀ ਕਿਹਾ ਗਿਆ। ਧੀਰਜ ਕਰਨਾ, ਧੀਰੇ ਬਣਨਾ, ਬਰਦਾਸ਼ਤ ਕਰਨਾ। ਪੰਜਵੀਂ ਗੱਲ ਲਿਖੀ ਆ ਦਿਆਲਗੀ। ਤੁਹਾਡੇ ਵਿੱਚ ਦਇਆ ਹੋਵੇ ਕਿ ਤੁਸੀਂ ਦੂਸਰਿਆਂ ਦੇ ਉੱਤੇ ਦਇਆ ਕਰ ਸਕੋ। ਜਿਸ ਆਦਮੀ ਦੇ ਵਿੱਚ ਦਇਆ ਨਹੀਂ ਆ, ਉਹਦੇ ਵਿੱਚ ਪਾਕ ਰੂਹ ਨਹੀਂ ਆ, ਤੇ ਉਹਦੇ ਵਿੱਚ ਪਾਕ ਰੂਹ ਨਹੀਂ ਆ ਤੇ ਉਹਦੇ ਵਿੱਚ ਆਤਮਾ ਦਾ ਫਲ ਵੀ ਨਹੀਂ ਹੋ ਸਕਦਾ। ਜਦੋਂ ਪਾਕ ਰੂਹ ਹੀ ਹੈ ਨਹੀਂ, ਕੋਈ ਪੌਦਾ ਹੀ ਹੈ ਨਹੀਂ, ਤੇ ਫਲ ਕਿਵੇਂ ਲੱਗੇਗਾ। ਇਸ ਵਾਸਤੇ ਲਿਖਿਆ ਦਿਆਲਗੀ। ਛੇਵੀਂ ਗੱਲ ਲਿਖੀ ਆ ਭਲਾਈ। ਹਰ ਇੱਕ ਦੇ ਨਾਲ ਭਲਾ ਕਰਨਾ। ਉਹ ਇਨਸਾਨ ਜਿਸ ਨੇ ਆਤਮਾ ਪਾਇਆ
ਉਹ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਜਦੋਂ ਵੀ ਕਰੇਗਾ ਕਿਸੇ ਦਾ ਭਲਾ ਹੀ ਕਰੇਗਾ। ਔਰ ਫਿਰ ਲਿਖਿਆ 7ਵੀਂ ਗੱਲ ਲਿਖੀ ਹੈ ਵਫਾਦਾਰੀ, 8ਵੀਂ ਗੱਲ ਲਿਖੀ ਹੈ ਨਰਮਾਈ, 9ਵੀਂ ਗੱਲ ਲਿਖੀ ਹੈ ਸੰਜਮ। ਅੱਜ ਤੁਸੀਂ ਯਾਦ ਰੱਖਣਾ, ਪਵਿੱਤਰ ਆਤਮਾ ਦੀਆਂ 9 ਹੀ ਨੇਮਤਾਂ ਨੇ ਤੇ 9 ਹੀ ਫਲ ਨੇ। ਫਲ ਦਾ ਹੋਣਾ ਜ਼ਰੂਰੀ ਹੈ। ਜੇ ਅਸੀਂ ਆਤਮਾ ਪਾ ਲੈਂਦੇ ਹਾਂ ਤੇ ਜੇ ਸਾਨੂੰ ਫਲ ਹੀ ਨਹੀਂ ਲੱਗਦਾ ਤੇ ਉਹਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਖੁਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਫਲ ਚਾਹੁੰਦਾ ਵਾ। ਅਗਰ ਜੇ ਤੁਸੀਂ ਇਹ ਸਮਝਦੇ ਹੋ ਕਿ ਦਾਨ ਇੱਕ ਫਲ ਆ, ਤੇ ਅੱਜ ਅਸੀਂ ਉਹਨਾਂ ਲੋਕਾਂ ਦਾ ਮੁਕਾਬਲਾ ਦਾਨ ਕਰਨ ਵਿੱਚ ਨਹੀਂ ਕਰ ਸਕਦੇ ਜਿਹੜੇ 2 ਨੰਬਰ ਦੇ ਧੰਦੇ ਕਰਦੇ ਨੇ, ਜਿਹੜੇ 20-20, 30-30 ਲੱਖ ਰੁਪਈਆ ਦਾਨ ਕਰ ਦਿੰਦੇ, ਕਰੋੜਾਂ ਰੁਪਈਏ ਵੀ ਦਾਨ ਕਰ ਸਕਦੇ। ਅੱਜ ਅਸੀਂ ਦਾਨ ਕਰਨ ਵਿੱਚ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਦਾਨ ਇੱਕ ਅਲੱਗਾ ਚੀਜ਼ ਆ ਤੇ ਉਹਦੀ ਬਰਕਤ ਵੀ ਇੱਕ ਅਲੱਗਾ ਵਾ। ਪਰ ਜਿਹੜਾ ਫਲ ਆ, ਅੰਗੂਰ ਦਾ ਫਲ, ਅੰਗੂਰ ਦੀ ਬੇਲ ਦਾ ਜਿਹੜਾ ਫਲ ਆ, ਉਹ ਹੈਗਾ ਵਾ ਆਤਮਾ ਦਾ ਫਲ। ਕਿਉਂਕਿ ਟਹਿਣੀ ਜਿਹੜੀ ਆ ਹਮੇਸ਼ਾ ਹੀ ਬੇਲ ਵਿੱਚੋਂ ਨਿਕਲਦੀ ਆ। ਕੋਈ ਤੁਸੀਂ ਅੱਜ ਤੱਕ ਨਹੀਂ ਦੇਖੀ ਹੋਵੇਗੀ ਕਿ ਕੋਈ ਦੂਸਰੀ ਟਹਿਣੀ ਜਿਹੜੀ ਆ ਉਹਨੂੰ ਅਸੀਂ ਉਹਦੇ ਨਾਲ ਜੋੜ ਦਈਏ ਤੇ ਉਹ ਫਲ ਦੇਵੇ, ਤੇ ਜਿਹੜੀ ਯਿਸੂ ਮਸੀਹ ਦੇ ਵਿੱਚੋਂ ਟਹਿਣੀ ਨਿਕਲਦੀ ਆ ਉਹ ਫਿਰ ਨਜ਼ਰ ਆਵੇ ਕਿ ਵਾਕਿਆ ਹੀ ਯਿਸੂ ਮਸੀਹ ਦੇ ਵਿੱਚੋਂ ਨਿਕਲੀ ਆ, ਵਾਕਿਆ ਹੀ ਆਤਮਾ ਵਿੱਚੋਂ ਨਿਕਲੀ ਆ। ਕਿਉਂਕਿ ਲਿਖਿਆ ਕਿ ਪਰਮੇਸ਼ਵਰ ਇੱਕ ਆਤਮਾ, ਇਹ ਵਾਕਿਆ ਹੀ ਟਹਿਣੀ ਖੁਦਾ ਦੇ ਕਲਾਮ ਵਿੱਚੋਂ ਨਿਕਲੀ ਆ। ਕਿਉਂਕਿ ਲਿਖਿਆ ਯਿਸੂ ਮਸੀਹ ਇੱਕ ਸ਼ਬਦ ਹੈ, ਉਹ ਸ਼ਬਦ ਦੇਹਧਾਰੀ ਹੋਇਆ। ਇਸ ਵਾਸਤੇ ਅੱਜ ਅਸੀਂ ਇਹ ਪਹਿਚਾਨ ਕਰਨੀ ਆ ਕਿ ਇਹ ਜਿਹੜਾ ਅੰਗੂਰ ਦੀ ਬੇਲ ਯਿਸੂ ਮਸੀਹ ਹੈ, ਤੁਹਾਡੇ ਫਲ ਦੇ ਵਾਸਤੇ ਲਿਖਿਆ। ਇਹ ਤੁਹਾਡਾ ਫਲ ਸਰੀਰਕ ਨਹੀਂ ਆ, ਇਹ ਤੁਹਾਡਾ ਫਲ ਆ ਆਤਮਕ, ਤੇ ਇਹਨੂੰ ਕਿਹਾ ਗਿਆ ਆਤਮਾ ਦਾ ਫਲ। ਤੀਸਰੀ ਗੱਲ ਜਿਹੜੀ ਅਸੀਂ ਪੜ੍ਹੀ ਹੈ, ਜੋ ਮੇਰੇ ਵਿੱਚ ਰਹਿ ਕੇ ਫਲ ਨਹੀਂ ਦਿੰਦੀ ਉਸ ਨੂੰ ਲਾ ਦਿੰਦਾ। ਅੱਜ ਵੀ ਤੁਸੀਂ ਘਰ ਦੇ ਵਿੱਚ ਕੋਈ ਦਰਖਤ ਲਾਉਂਦੇ ਹੋ, ਜੇ ਉਹਨੂੰ ਫਲ ਨਹੀਂ ਲੱਗੇਗਾ ਤੁਸੀਂ ਵੀ ਕਹੋਗੇ ਇਹਨੇ ਧਰਤੀ ਰੋਕ ਰੱਖੀ ਹੈ, ਇਹਨੂੰ ਕੱਟ ਦੇ। ਬਾਈਬਲ ਦੇ ਵਿੱਚ ਵੀ ਇੱਕ ਮਿਸਾਲ ਦਿੱਤੀ ਹੈ ਕਿ ਬਾਗ ਦਾ ਮਾਲੀ ਜਿਹੜਾ ਸੀ, ਉਹਦੇ ਕੋਲ ਬਾਗਬਾਨ ਦੇਖਣ ਆਇਆ, ਉਹਨੇ ਕਿਹਾ ਦਰਖਤ ਨੂੰ ਫਲ ਨਹੀਂ ਲੱਗਦਾ, ਇਹਨੂੰ ਕੱਟ ਦੇ। ਅਸੀਂ ਵੀ ਕੱਟ ਦੇਵਾਂਗੇ। ਇਸ ਵਾਸਤੇ ਲਿਖਿਆ ਜਿਹੜੀ ਟਹਿਣੀ ਫਲ ਨਹੀਂ ਦਿੰਦੀ ਉਸ ਨੂੰ ਲਾ ਦਿੰਦਾ। ਚੌਥੀ ਗੱਲ ਲਿਖੀ ਆ, ਹਰੇਕ ਜਿਹੜੀ ਫਲ ਦਿੰਦੀ ਆ ਉਹਨੂੰ ਛਾਂਗਦਾ ਵਾ, ਉਹਨੂੰ ਦੂਸਰਿਆਂ ਨਾਲੋਂ ਅਲੱਗ ਰੱਖਦਾ ਵਾ। ਛਾਂਗੇ ਜਾਣ ਦੇ ਕਈ ਅਰਥ ਨੇ। ਅੱਜ ਵੀ ਤੁਸੀਂ ਯਾਦ ਰੱਖੋ, ਜਦੋਂ ਵੀ ਤੁਹਾਡੇ ਤੇ ਦੁੱਖ ਆਏਗੀ, ਮੁਸੀਬਤ ਆਵੇਗੀ, ਪਰੇਸ਼ਾਨੀ ਆਵੇਗੀ, ਕਈ ਵਾਰ ਤੁਸੀਂ ਆਪਣੀ ਜ਼ਿੰਦਗੀ ਤੇ ਗੌਰ ਕਰੋਗੇ, ਕਈ ਵਾਰ ਤੁਸੀਂ ਖੁਦਾ ਦੇ ਅੱਗੇ ਦੁਆ ਕਰੋਗੇ, ਤੁਹਾਡਾ ਧਿਆਨ ਜਿਹੜਾ ਵਾ ਖੁਦਾ ਵੱਲ ਲੱਗਾ ਰਹੇਗਾ। ਇਹ ਤੁਹਾਡਾ ਧਿਆਨ ਆਸੇ-ਪਾਸੇ ਨਹੀਂ ਜਾਵੇਗਾ। ਇਸ ਲਈ ਲਿਖਿਆ ਕਿ ਉਹ ਛਾਂਗਦਾ ਵਾ। ਤੇ ਫਿਰ ਲਿਖਿਆ ਕਿ ਇਸ ਲਈ ਛਾਂਗਦਾ ਕਿ ਉਹ ਹੋਰ ਵੀ ਫਲ ਦੇਵੇ, ਉਹਨੂੰ ਹੋਰ ਜ਼ਿਆਦਾ ਫਲ ਲੱਗੇ, ਉਹ ਹੋਰ ਖੁਦਾ ਦੇ ਵਿੱਚ ਮਜ਼ਬੂਤ ਹੋਵੇ, ਉਹ ਹੋਰ ਦੁਆ ਤਾਰੀਫ ਵਿੱਚ ਤਰੱਕੀ ਕਰੇ, ਉਹ ਹੋਰ ਖੁਦਾ ਦੇ ਰੂਹ ਦੇ ਵਿੱਚ ਤਰੱਕੀ ਕਰੇ, ਉਹਨੂੰ ਹੋਰ ਜ਼ਿਆਦਾ ਫਲ ਲੱਗਣ, ਤੇ ਇਹ 9 ਕਿਸਮ ਦੇ ਫਲ ਜਿਹੜੇ ਨੇ ਉਹਦੀ ਜ਼ਿੰਦਗੀ ਦੇ ਵਿੱਚ ਹੋਰ ਮਜ਼ਬੂਤ ਬਣ ਜਾਣ ਤੇ ਦਿਖਾਈ ਦੇਣ। 6ਵੀਂ ਗੱਲ 3 ਐਤ ਦੇ ਵਿੱਚ 5ਵੀਂ ਗੱਲ ਲਿਖੀ ਹੈ, ਇਹ ਜਿਹੜੀਆਂ ਟਹਿਣੀਆਂ ਨੇ ਇਹਨਾਂ ਦੀ ਸਪਰੇਅ ਕੀ ਹੈ, ਇਹਨਾਂ ਦੀ ਸਫਾਈ ਕੀ ਹੈ, ਇਹਨਾਂ ਦੀ ਖੁਰਾਕ ਕੀ ਹੈ। 3 ਐਤ ਵਿੱਚ ਲਿਖਿਆ, ਤੁਸੀਂ ਤਾਂ ਮੇਰੇ ਵਚਨ ਦੇ ਨਾਲ ਸਾਫ਼ ਹੋ ਚੁੱਕੇ ਹੋ, ਕਿ ਖੁਦਾ ਦਾ ਕਲਾਮ ਜਿਹੜਾ ਵਾ ਟਹਿਣੀ ਨੂੰ ਸਾਫ਼ ਕਰਦਾ, ਇਹਨੂੰ ਕੋਈ ਬਿਮਾਰੀ ਨਾ ਲੱਗੇ। ਇਹ ਉਹਦੀ ਸਫਾਈ ਜਿਹੜੀ ਆ ਖੁਦਾ ਦਾ ਵਚਨ ਹੈ। 3 ਐਤ ਵਿੱਚ ਲਿਖਿਆ, ਤੁਸੀਂ ਤਾਂ ਮੇਰੇ ਵਚਨ ਦੇ ਨਾਲ ਸਾਫ਼ ਹੋ ਚੁੱਕੇ। ਚੌਥੀ ਐਤ ਜਦੋਂ ਅਸੀਂ ਪੜ੍ਹਦੇ ਹਾਂ 6ਵੀਂ ਗੱਲ, ਇਹਦੇ ਵਿੱਚ ਲਿਖਿਆ, ਤੁਸੀਂ ਮੇਰੇ ਵਿੱਚ ਰਹੋ ਤੇ ਮੈਂ ਤੁਹਾਡੇ ਵਿੱਚ। ਜਿਸ ਪ੍ਰਕਾਰ ਟਹਿਣੀ ਜੇ ਅੰਗੂਰ ਦੀ ਬੇਲ ਦੇ ਨਾਲ ਨਾ ਰਵੇ, ਆਪਣੇ ਆਪ ਫਲ ਨਹੀਂ ਦਿੰਦੀ, ਇਸੇ ਪ੍ਰਕਾਰ ਤੁਸੀਂ ਵੀ ਮੇਰੇ ਵਿੱਚ ਨਾ ਰਹੋ, ਫਲ ਨਹੀਂ ਦੇ ਸਕਦੇ। ਅੱਜ ਆਪਣੀ ਜ਼ਿੰਦਗੀ ਦੇ ਉੱਤੇ ਗੌਰ ਕਰਨੀ ਆ। ਜੇ ਸਾਡੀ ਜ਼ਿੰਦਗੀ ਦੇ ਵਿੱਚ ਫਲ ਨਹੀਂ ਆ, ਫਿਰ ਇਹਦਾ ਅਰਥ ਹੈਗਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਨਹੀਂ ਆ। ਆਪਣੇ ਆਪ ਨੂੰ ਚੈੱਕ ਕਰਨਾ ਮੈਂ ਕਿ ਅਸੀਂ ਪ੍ਰਭੂ ਦੇ ਨਾਲ ਹੈਗੇ ਆ ਜਾਂ ਨਹੀਂ ਹੈਗੇ। 7ਵੀਂ ਗੱਲ 5ਵੀਂ ਆਇਤ ਦੇ ਵਿੱਚ ਲਿਖੀ ਹੈ, ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੁਸੀਂ ਮੇਰੀਆਂ ਟਹਿਣੀਆਂ ਜੋ ਮੇਰੇ ਵਿੱਚ ਰਹਿੰਦਾ ਵਾ,
ਮੈਂ ਉਸ ਵਿੱਚ ਸੋਈਓ ਜ਼ਿਆਦਾ ਫਲ ਦਿੰਦਾ, ਕਿਉਂਕਿ ਤੁਸੀਂ ਮੇਥੋਂ ਅਲੱਗ ਹੋ ਕੇ ਕੁਝ ਨਹੀਂ ਕਰ ਸਕਦੇ। ਇਨਸਾਨ ਨਾਲੋਂ ਇਨਸਾਨ ਲੱਖ ਵਾਰੀ ਅਲੱਗ ਹੋ ਜੇ, ਕਈ ਵਾਰੀ ਅਲੱਗ ਹੋਣ ਦੇ ਨਾਲ ਇਨਸਾਨ ਨੂੰ ਬਹੁਤ ਜ਼ਿਆਦਾ ਖੁਦਾ ਬਰਕਤ ਦਿੰਦਾ। ਪਰ ਇੱਕ ਗੱਲ ਯਾਦ ਰੱਖਣੀ ਹੈ, ਕਦੀ ਪਰਮੇਸ਼ਰ ਤੋਂ ਅਲੱਗ ਨਹੀਂ ਹੋਣਾ। ਜਦੋਂ ਅਸੀਂ ਪਰਮੇਸ਼ਰ ਤੋਂ ਅਲੱਗ ਹੋ ਗਏ ਤੇ ਫਿਰ ਸਾਨੂੰ ਫਲ ਨਹੀਂ ਲੱਗ ਸਕਦਾ। ਇਸ ਵਾਸਤੇ ਆਪਣੀ ਜ਼ਿੰਦਗੀ ਤੇ ਗੌਰ ਕਰਨਾ, ਜੇ ਸਾਡੇ ਵਿੱਚ ਆਤਮਾ ਨਹੀਂ ਹੈ ਤੇ ਆਤਮਾ ਦਾ ਫਲ ਸਾਡੇ ਵਿੱਚ ਨਹੀਂ ਹੈ, ਤੇ ਫਿਰ ਅੱਜ ਵੀ ਅਸੀਂ ਪਰਮੇਸ਼ਰ ਤੋਂ ਅਲੱਗ ਹਾਂ ਤੇ ਯਿਸੂ ਦੀ ਆਮਦ ਦੇ ਵਿੱਚ ਵੀ ਅਸੀਂ ਅਲੱਗ ਹੋਵਾਂਗੇ। ਤੇ ਜਿਸ ਤਰ੍ਹਾਂ ਲਿਖਿਆ, ਕੁਝ ਲੋਕ ਕਹਿਣਗੇ ਅਸੀਂ ਤੇਰੇ ਨਾਮ ਤੋਂ ਬਦਰੂਆਂ ਕੱਢੀਆਂ, ਅਸੀਂ ਬਿਮਾਰਾਂ ਤੇ ਹੱਥ ਰੱਖੇ। ਤੁਸੀਂ ਵੀ ਕਹੋਗੇ ਅਸੀਂ ਤੇਰੇ ਨਾਮ ਤੋਂ ਬੜੀ ਸੰਤਾਂ ਦੀ ਸੇਵਾ ਕੀਤੀ, ਦਾਨ ਕੀਤਾ, ਅਸੀਂ ਪੁੰਨਦਾਨ ਦੇ ਕੰਮ ਕੀਤੇ। ਪਰ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਉਸ ਵਕਤ ਉਹੀ ਲੋਕ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਵਿੱਚ ਉਠਾਏ ਜਾਣਗੇ ਜਿਨ੍ਹਾਂ ਦੇ ਵਿੱਚ ਆਤਮਾ ਦਾ ਫਲ ਹੋਵੇਗਾ। ਇਸ ਲਈ ਆਤਮਾ ਤੇ ਆਤਮਾ ਦਾ ਫਲ ਜਿਹੜਾ ਵਾ, ਇਹ ਤੁਸੀਂ ਆਪਣੇ ਵਿੱਚ ਪੈਦਾ ਕਰਨਾ, ਇਹ ਤੁਹਾਡੇ ਵਿੱਚ ਦਿਖਾਈ ਦੇਵੇ। 6ਵੀਂ ਆਇਤ ਵਿੱਚ ਲਿਖਿਆ, ਜੇ ਤੁਸੀਂ ਮੇਰੇ ਵਿੱਚ ਨਾ ਰਹੋ ਫਿਰ ਤੁਸੀਂ ਉਸ ਟਹਿਣੀ ਦੀ ਨਿਆਈ ਹੋਵੋਗੇ, ਤੁਸੀਂ ਉਸ ਟਹਿਣੀ ਦੇ ਵਰਗੇ ਹੋਵੋਗੇ। ਲਿਖਿਆ ਕਿ ਉਸ ਟਹਿਣੀ ਦੀ ਨਿਆਈ ਹੋਵੋਗੇ ਜਿਹੜੀ ਬਾਹਰ ਸੁੱਟੀ ਜਾਂਦੀ, ਸੁੱਕ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਇਕੱਠੀਆਂ ਕਰਕੇ ਤੇ ਅੱਗ ਵਿੱਚ ਸਾੜ ਦਿੰਦੇ ਨੇ। ਇਹ ਲਿਖਿਆ ਕਿ ਜਿਹੜੀ ਟਹਿਣੀ ਇਸ ਬੇਲ ਤੋਂ ਅਲੱਗ ਹੋ ਜਾਵੇਗੀ, ਉਹਦਾ ਅਸਰ ਇਹ ਹੋਵੇਗਾ ਕਿ ਉਹਨਾਂ ਨੂੰ ਇਕੱਠੀਆਂ ਕਰਕੇ ਤੇ ਅੱਗ ਵਿੱਚ ਸਾੜਿਆ ਜਾਵੇਗਾ। ਅੱਜ ਵੀ ਤੁਹਾਡੇ ਸਾਹਮਣੇ ਦੋ ਚੀਜ਼ਾਂ ਜਿਹੜੀਆਂ ਨੇ ਇਹ ਨਜ਼ਰ ਆ ਰਹੀਆਂ ਨੇ, ਖੁਦਾ ਤੇ ਖੁਦਾ ਦੀ ਬਾਦਸ਼ਾਹੀ, ਉਹਦੇ ਸਵਰਗ। ਦੂਸਰੀ ਚੀਜ਼ ਸਾਨੂੰ ਅੱਜ ਵੀ ਨਜ਼ਰ ਆ ਰਹੀ ਹੈ ਕਿ ਸ਼ੈਤਾਨ ਦੇ ਵਾਸਤੇ ਬਣਿਆ ਹੋਇਆ ਨਰਕਿਆ। ਜਿਹੜੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨਗੇ ਉਹ ਲੋਕ ਖੁਦਾ ਦੇ ਵਿੱਚ ਹੋਣਗੇ ਤੇ ਉਹ ਖੁਦਾ ਉਹਨਾਂ ਨੂੰ ਆਸ਼ੀਸ਼ ਦੇਵੇਗਾ। ਜਿਹੜੇ ਸ਼ੈਤਾਨ ਦੀ ਮਰਜ਼ੀ ਨੂੰ ਪੂਰਾ ਕਰਨਗੇ, ਆਪਣੀ ਮਰਜ਼ੀ ਨਾਲ ਚੱਲਣਗੇ, ਜਿਸਮ ਦੀਆਂ ਖਵਾਇਸ਼ਾਂ ਦੇ ਨਾਲ ਚੱਲਣਗੇ, ਉਹ ਇਨਸਾਨ ਕਦੀ ਵੀ ਖੁਦਾ ਦੇ ਘਰ ਵਿੱਚ ਪ੍ਰਵੇਸ਼ ਨਹੀਂ ਕਰਨਗੇ। ਇਹ ਸਾਡੀ ਜ਼ਿੰਦਗੀ ਦਾ ਸਵਾਲ ਹੈ। ਪ੍ਰਭੂ ਯਿਸੂ ਮਸੀਹ ਨੇ ਕਿਉਂ ਕਿਹਾ ਅੰਗੂਰ ਦੀ ਬੇਲ ਮੈਂ ਹਾਂ? ਇਸ ਵਾਸਤੇ ਕਿ ਤੁਸੀਂ ਅੰਗੂਰ ਦੀ ਬੇਲ ਨੂੰ ਸਮਝ ਸਕੋ ਤੇ ਦਾਖ ਰਸ ਦਾ ਫਲ ਆਪਣੇ ਵਿੱਚ ਪੈਦਾ ਕਰੋ। ਦਾਖ ਰਸ ਦਾ ਫਲ ਹੈਗਾ ਆਤਮਾ ਦੇ ਫਲ। ਇਹਨਾਂ ਦੇ ਬਾਰੇ ਤੁਸੀਂ ਸਮਝ ਚੁੱਕੇ ਹੋ। ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਨਰਮਾਈ, ਸੰਜਮ, ਇਹ 9 ਕਿਸਮ ਦੇ ਫਲ ਜਿਹੜੇ ਨੇ ਇਹਨਾਂ ਨੂੰ ਆਪਣੇ ਵਿੱਚ ਪੈਦਾ ਕਰੋ। 9ਵਾਂ ਫਲ ਜਿਹੜਾ ਵਾ ਉਹ ਵਾ ਸੰਜਮ, ਕਿ ਖੁਦਾ ਇੰਨੀ ਤੁਹਾਨੂੰ ਪਾਵਰ ਦੇਵੇ ਤੁਸੀਂ ਆਪਣੇ ਮਨ ਦੀਆਂ ਸੋਚਾਂ ਤੇ, ਅੱਖਾਂ ਦੀਆਂ ਅਭਿਲਾਸ਼ਾਂ ਤੇ, ਜਿਸਮ ਦੀਆਂ ਖਵਾਇਸ਼ਾਂ ਤੇ ਫਤਹ ਪਾ ਕੇ ਖੁਦਾ ਦੇ ਵਿੱਚ ਪਵਿੱਤਰ ਰਹਿ ਕੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰ ਸਕੋ ਔਰ ਪ੍ਰਭੂ ਦੀ ਆਮਦ ਦੇ ਵਾਸਤੇ ਤਿਆਰ ਹੋ। ਦੁਆ ਕਰੀਏ। ਪਿਆਰੇ ਬਾਪ, ਤੇਰੀ ਤਾਰੀਫ, ਤੇਰਾ ਸ਼ੁਕਰ ਕਰਨੇ ਆ ਤੇਰੇ ਜਿੰਦਾ ਕਲਾਮ ਦੇ ਵਾਸਤੇ। ਪ੍ਰਭੂ ਯਿਸੂ ਮਸੀਹ ਤੋਂ ਸੱਚੀ ਅੰਗੂਰ ਦੀ ਬੇਲ ਆ, ਅਸੀਂ ਤੇਰੀਆਂ ਟਹਿਣੀਆਂ ਵਾਂ। ਆਏ ਖੁਦਾ ਤੂੰ ਫਲ ਚਾਹਨਾ, ਇਹ ਆਪਣੇ ਲੋਕਾਂ ਨੂੰ ਫਜ਼ਲ ਦੇ ਕਿ ਉਹ ਪਵਿੱਤਰ ਆਤਮਾ ਪਾਉਣ ਤੇ ਆਤਮਾ ਦਾ ਫਲ ਇੱਕ ਇੱਕ ਦੇ ਜੀਵਨ ਦੇ ਵਿੱਚ ਨਜ਼ਰ ਆਵੇ। ਸਭਨਾਂ ਨੂੰ ਸੁਣਨ ਵਾਲਿਆਂ ਨੂੰ ਖੁਦਾ ਤੋਂ ਬਰਕਤ ਦੇਵੀਂ, ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਆਮੀਨ। ਖੁਦਾ ਸਭ ਨੂੰ ਬਰਕਤ ਦੇਵੇ। ਸਭਨਾਂ ਨੂੰ ਜੈ ਮਸੀਹ।